Warm welcome to my all presence. This is third part of related to the my video, the portrait of a lady. This is subject of general English class 11th. According to the new syllabus of the CBSE and Punjab board will be prescribed. In this session I am discuss about to the some important notes and question answers which is given into the video. This video is related to the long question answers of this chapter, the portrait of a lady. Now we are start from this session. The second question of this lesson is, how would the grandmother prepare the authors for a school? कहते ਜਿਹੜੇ grandmother ਸੀ ਉਹ ਕਿਸ ਤਰੀਕੇ ਨਾਲ author ਨੂੰ prepare ਕਰਦੇ ਸੀਗੇ ਸਕੂਲ ਦੇ ਲਈ. The author's grandmother would be walk him up to the morning to get the ready for a school. ਕਹਿੰਦੇ ਉਹ ਜਿਹੜੇ grandmother ਸੀਗੇ ਉਹਨਾਂ ਨੂੰ ਸਵੇਰੇ ਜਲਦੀ ਉਠਾਉਂਦੇ ਸੀਗੇ ਤਾਂ ਜੋ ਸਕੂਲ ਲਈ ਰੈਡੀ ਹੋ ਸਕਣ. She would be bath him and the dress him up to the school. ਕਹਿੰਦੇ ਉਹਨਾਂ ਨੂੰ ਕੀ ਆ ਉਠਾਲ ਕੇ ਉਹਨਾਂ ਨੂੰ ਨਹਾਉਂਦੇ ਸੀ, ਫਿਰ ਉਸ ਤੋਂ ਬਾਅਦ ਕੱਪੜੇ ਪਾਉਂਦੇ ਸੀ ਤਾਂ ਜੋ ਸਕੂਲ ਲਈ ਤਿਆਰ ਹੋ ਸਕਣ. All the time she would be keeping saying her to the morning prayer. ਕਹਿੰਦੇ ਉਹ ਹਮੇਸ਼ਾ ਪੂਰੇ ਟਾਈਮ ਜਿਹੜੇ ਕੀ ਸੀਗੇ ਉਹ ਆਪਣੀ ਮੋਰਨਿੰਗ ਜਿਹੜਾ ਵੀ ਕੰਮ ਕਰਦੇ ਹੁੰਦੇ ਉਸ ਸਮੇਂ ਉਹ ਮੋਰਨਿੰਗ ਪ੍ਰੇਅਰ ਕਰਦੇ ਹੀ ਰਹਿੰਦੇ ਸੀ. She would be say her to the prayer into the monotonous sing song. ਕਹਿੰਦੇ ਵੀ ਉਹ ਹਮੇਸ਼ਾ ਕੀ ਆ ਰੱਬ ਦੀ ਭਗਤੀ ਵਾਲੇ ਜਿਹੜੇ ਭਜਨ ਹੁੰਦੇ ਆ ਉਹ ਹਮੇਸ਼ਾ ਮਨ ਦੇ ਵਿੱਚ ਗਾਉਂਦੇ ਰਹਿੰਦੇ ਸੀ ਜਾਂ ਆਵਾਜ਼ ਥੋੜ੍ਹੀ ਹਲਕੀ ਜਿਹੀ ਆਵਾਜ਼ ਵਿੱਚ ਗਾਉਂਦੇ ਰਹਿੰਦੇ ਸੀ. She did so with the hope that the author would be listen and get the learn it by the heart. ਕਹਿੰਦੇ ਵੀ ਇਹ ਤਾਂ ਉਹ ਇਹ ਗਾਉਂਦੇ ਰਹਿੰਦੇ ਹੁੰਦੇ ਸੀ ਤਾਂ ਜੋ ਕੀ ਆ ਵੀ ਜਿਹੜੇ ਉਹਦੇ ਆਥਰ ਆ ਜਿਹੜਾ ਉਹਨਾਂ ਦਾ ਗ੍ਰੈਂਡਸਨ ਆ ਉਹ ਕੀ ਹੈ ਇਸ ਚੀਜ਼ ਨੂੰ ਲਿਸਨ ਕਰੇ ਅਤੇ ਉਹਨੂੰ ਆਪਣੇ ਦਿਲ ਦੇ ਨਾਲ ਉਸ ਚੀਜ਼ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੇ. She would be wash their wooden slates and plasters it with the yellow chalk. ਫਿਰ ਉਹ ਆਪਣੇ ਇਹਨੂੰ yellow chalk ਦੇ ਨਾਲ ਪਹਿਲਾਂ ਤਾਂ ਉਹਨਾਂ ਦੀ ਜਿਹੜੀ ਲੱਕੜ ਦੀ ਸਲੇਟ ਹੁੰਦੀ ਸੀ ਉਹਨੂੰ ਸਾਫ਼ ਕਰਦੇ ਸੀ, ਫਿਰ ਉਹਨੂੰ yellow chalk ਦੇ ਨਾਲ ਉਹਨੂੰ ਪੇਂਟ ਕਰ ਦਿੰਦੇ ਹੁੰਦੇ ਸੀਗੇ. She would tie the tinny earthen ink pot and to the riddle pen in the ਬੰਡਲ. ਕਹਿੰਦੇ ਵੀ ਜਿਹੜਾ ਉਹਨਾਂ ਦਾ ਬੰਡਲ ਹੁੰਦਾ ਸੀ ਉਹਦੇ ਵਿੱਚ ਉਹ ਕੀ ਸੀਗਾ ਉਹਦੇ ਨਾਲ ਉਹਨਾਂ ਦੀ ਇੰਕ ਪੋਟ ਜਿਹੜੀ ਦਵਾਤ ਦੀ ਛਾਈ ਅਤੇ ਦੂਜੀ ਕੀ ਸੀਗੀ ਜਿਹੜਾ ਪੈਨ ਜਿਹਦੇ ਨਾਲ ਉਹ ਦਵਾਤ ਦੇ ਵਿੱਚ ਡੁਬੋ ਕੇ ਉਹਨੂੰ ਲਿਖਦੇ ਸੀ ਉਹ ਪਾ ਦਿੰਦੇ ਸੀ. Then she would be give to the author to the thick slates ਚਪਾਤੀ to eat. ਕਹਿੰਦੇ ਫਿਰ ਉਹਨਾਂ ਨੂੰ ਕੀ ਇੱਕ ਪਤਲੀ ਜੀ ਅਤੇ ਮੋਟੀ ਜੀ ਅਤੇ ਸੁੱਕੀ ਜਿਹੜੀ ਰੋਟੀ ਸੀ ਉਹ ਖਾਣ ਲਈ ਦਿੰਦੇ. She would be spread on some of the butter and sugar. ਕਹਿੰਦੇ ਉਹਦੇ ਉੱਤੇ ਥੋੜ੍ਹਾ ਜਿਹਾ ਉਹ ਕੀ ਆ ਮੱਖਣ ਲਾ ਦਿੰਦੇ ਸੀ ਅਤੇ ਚੀਨੀ ਪਾ ਦਿੰਦੇ ਸੀਗੇ. Then after to the breakfast she would be hand to bundle off to the authors and walk with him to the school. ਕਹਿੰਦੇ ਫਿਰ ਉਹਨਾਂ ਨੂੰ ਸਾਰਾ ਕੁਛ ਖਵਾਉਣ ਤੋਂ ਬਾਅਦ ਉਹਨਾਂ ਨੂੰ ਹੱਥ ਫੜ ਕੇ ਉਹ ਕੀ ਸੀਗੀ ਸਕੂਲ ਵੱਲ ਨੂੰ ਚੱਲ ਪੈਂਦੇ ਸੀ. Next ਹੈ third question. The author was to the portrayed as to the very religious woman and what detail in the story creates that impression. ਕਹਿੰਦੇ ਵੀ ਜਿਹੜੀ ਵੂਮਨ ਸੀਗੇ ਉਹ ਕੀ ਸੀਗੇ ਕਾਫੀ ਧਾਰਮਿਕ, ਜਿਹੜੇ ਉਹਨਾਂ ਦੇ ਗ੍ਰੈਂਡਮਦਰ ਸੀ ਉਹ ਕਾਫੀ ਧਾਰਮਿਕ ਔਰਤ ਸੀਗੇ. ਕਹਿੰਦੇ ਇਸ ਬਾਰੇ ਇਸ ਸਟੋਰੀ ਦੇ ਵਿੱਚ ਕੀ ਇੰਪਰੈਸ਼ਨ ਦਿੱਤਾ ਗਿਆ ਉਹਨਾਂ ਬਾਰੇ. ਦੀ ਆਥਰਸ ਗ੍ਰੈਂਡਮਦਰ ਵਾਸ ਦੀ ਡੀਪਲੀ ਰਿਲੀਜੀਅਸ ਲੇਡੀ. ਸ਼ੀ ਸਪੈਂਡ ਮੋਸਟ ਆਫ ਦੀ ਹਰ ਟਾਈਮ ਸੇਇੰਗ ਪ੍ਰੇਅਰਸ ਐਂਡ ਟੈਲਿੰਗਸ ਟੂ ਦੇ ਵੀਡਸ. ਕਹਿੰਦੇ ਵੀ ਜਿਹੜੇ ਆਥਰ ਦੀ ਮਦਰ ਸੀਗੇ ਉਹ ਕੀ ਸੀਗੇ ਬਹੁਤ ਧਾਰਮਿਕ ਲੇਡੀ ਸੀਗੇ ਅਤੇ ਉਹ ਕੀ ਸੀਗਾ ਹਮੇਸ਼ਾ ਹਰ ਸਮੇਂ ਪ੍ਰਾਰਥਨਾ ਕਰਦੇ ਰਹਿੰਦੇ ਸੀ ਅਤੇ ਮਾਲਾ ਫੇਰਦੇ ਰਹਿੰਦੇ ਸੀ ਜਾਂ ਭਜਨ ਗਾਉਂਦੇ ਰਹਿੰਦੇ ਸੀ. ਸ਼ੀ ਵਾਜ਼ found of to the reading of to the scripture also. She would be spend whole of time in the ਗੁਰਦੁਆਰਾ of the village. ਕਹਿੰਦੇ ਉਹ ਕੀ ਸੀਗਾ ਹਮੇਸ਼ਾ ਕੀ ਸੀਗਾ ਬੁੱਕਸ ਪੜ੍ਹਦੇ ਰਹਿੰਦੇ ਸੀ, ਜਿਹੜੀਆਂ ਧਾਰਮਿਕ ਗ੍ਰੰਥ ਪੜ੍ਹਦੇ ਰਹਿੰਦੇ. ਸਕ੍ਰਿਪਚਰ ਦਾ ਮਤਲਬ ਧਾਰਮਿਕ ਗ੍ਰੰਥ ਪੜ੍ਹਦੇ ਰਹਿੰਦੇ ਸੀ ਅਤੇ ਆਪਣਾ ਜ਼ਿਆਦਾ ਸਮਾਂ ਕਿੱਥੇ ਸੀ ਜਿਹੜਾ ਪਿੰਡ ਦਾ ਗੁਰਦੁਆਰਾ ਸਾਹਿਬ ਸੀ ਉਹਦੇ ਵਿੱਚ ਬਿਤਾਉਂਦੇ ਸੀ. When the author was spend an English school. ਕਹਿੰਦੇ ਜਿਹੜਾ ਆਥਰ ਸੀਗਾ ਜਦੋਂ ਉਹਨਾਂ ਨੂੰ ਇੰਗਲਿਸ਼ ਸਕੂਲ ਦੇ ਵਿੱਚ ਭੇਜ ਦਿੱਤਾ ਗਿਆ. She was unhappy because the child was not given children were not given any religious education there. ਕਹਿੰਦੇ ਫਿਰ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਨਾਖੁਸ਼ੀ ਸੀ ਵੀ ਕੀ ਆ ਜਦੋਂ ਉਹਨਾਂ ਨੂੰ ਇੰਗਲਿਸ਼ ਸਕੂਲ ਦੇ ਵਿੱਚ ਭੇਜ ਦਿੰਦੇ ਸੀ ਤਾਂ ਉੱਥੇ ਕੀ ਆ ਬੱਚਿਆਂ ਨੂੰ ਕੋਈ ਵੀ ਧਾਰਮਿਕ ਸਿੱਖਿਆਵਾਂ ਨਹੀਂ ਦਿੱਤੀਆਂ ਜਾਂਦੀਆਂ ਸੀਗੀਆਂ. It was because her religious nature that she feeds to the birds and animals. Her inner peace were also because of this. ਕਹਿੰਦੇ ਵੀ ਜਿਹੜੇ ਗ੍ਰੈਂਡਮਦਰ ਸੀਗੇ ਫਿਰ ਉਹਨਾਂ ਦਾ ਕੀ ਸੀਗਾ ਉਹਨਾਂ ਨੇ ਆਪਣੀ ਫਿਰ ਵੀ ਜਿਹੜੇ ਉਹਨਾਂ ਦਾ ਧਾਰਮਿਕ ਰਵੱਈਆ ਸੀਗਾ ਉਹਨੂੰ ਚੇਂਜ ਨਾ ਕੀਤਾ. ਉਹ ਕੀ ਸੀਗਾ ਹੁਣ ਪੰਛੀਆਂ ਅਤੇ ਜਾਨਵਰਾਂ ਨੂੰ ਖਵਾਉਣ ਲੱਗ ਗਏ ਅਤੇ ਹੁਣ ਉਹਨਾਂ ਦੀ ਅੰਦਰਲੀ ਜਿਹੜੀ ਸ਼ਾਂਤੀ ਸੀਗੀ ਉਹ ਇਸ ਤੋਂ ਹੀ ਮਿਲਣ ਲੱਗ ਗਈ.
She remains calm and shows no emotion when the author left for to the abroad for 5 years. Like all great persons of their religions, she knows when her end was near। ਕਹਿੰਦੇ ਵੀ ਉਹ ਕੀ ਆ, ਉਹਨਾਂ ਨੇ ਕਦੇ ਵੀ ਹਮੇਸ਼ਾ ਆਪਣੇ ਆਪ ਨੂੰ ਸ਼ਾਂਤ ਰੱਖਦੇ ਸੀ, ਅਤੇ ਦੂਜਾ ਕੀ ਸੀ, ਕਦੇ ਵੀ ਆਪਣਾ ਇਮੋਸ਼ਨ ਜਾਣੀ ਕਿ ਉਹਨਾਂ ਨੇ ਕਦੇ ਵੀ ਆਪਣੇ ਇਮੋਸ਼ਨ ਸ਼ੋਅ ਨਹੀਂ ਕੀਤੇ ਸੀਗੇ। ਭਾਵੇਂ ਆਥਰ ਜਿਹੜਾ ਸੀ ਉਹਨਾਂ ਨੂੰ 5 ਸਾਲ ਛੱਡ ਕੇ ਵਿਦੇਸ਼ ਚਲੇ ਗਿਆ ਸੀਗਾ, ਅਤੇ ਉਹ ਜਿਵੇਂ ਮਹਾਨ ਪਰਸਨ ਹੁੰਦੇ ਆ ਧਰਮ ਦੇ, ਉਹਨਾਂ ਨੂੰ ਜਿਵੇਂ ਪਤਾ ਹੁੰਦਾ ਵੀ ਮੇਰਾ ਜਿਹੜਾ ਅੰਤ ਆ ਉਹ ਨੇੜੇ ਆਉਣ ਵਾਲਾ, ਉਸੇ ਤਰੀਕੇ ਨਾਲ ਉਹਨਾਂ ਨੂੰ ਵੀ ਪਤਾ ਸੀ ਮੇਰਾ ਅੰਤ ਨੇੜੇ ਆਉਣ ਵਾਲਾ। ਨਾਓ ਸ਼ੀ ਡਿਡ ਨਾਟ ਟੂ ਬੀ ਵਾਂਟ ਟੂ ਬੀ ਵੇਸਟ ਹਰ ਟਾਈਮ little time in talking to the animals. She kept to the saying prayer and telling the breeds till her last breath। ਕਹਿੰਦੇ ਵੀ ਜਿਹੜੇ ਆਥਰ ਦੀ ਮਦਰ ਸੀਗੇ, ਗ੍ਰੈਂਡ ਮਦਰ ਸੀਗੇ, ਕਹਿੰਦੇ ਉਹ ਇਹ ਨਹੀਂ ਚਾਹੁੰਦੇ ਸੀ ਵੀ ਉਹ ਥੋੜ੍ਹਾ ਜਿਹਾ ਵੀ ਸਮਾਂ ਕਿਸੇ ਦੇ ਨਾਲ ਗੱਲ ਕਰਕੇ ਖ਼ਰਾਬ ਕਰਨ। ਉਹ ਫਿਰ ਉੱਥੇ ਕੀ ਸੀਗਾ, ਹਮੇਸ਼ਾ ਪ੍ਰੇਅਰ ਕਰਦੇ ਰਹੇ ਅਤੇ ਆਪਣੀ ਮਾਲਾ ਜਿਹੜੀ ਸੀ ਉਹ ਫੇਰਦੇ ਰਹੇ ਆਖਰੀ ਸਾਹ ਤੱਕ। ਨੈਕਸਟ 4th ਕੁਐਸਚਨ ਆ ਦੀ ਗ੍ਰੈਂਡ ਮਦਰ ਵਾਜ਼ ਵੀ ਅ ਵੈਰੀ portraits as the kind woman। what detail of the story illustrate this। ਕਹਿੰਦੇ ਵੀ ਜਿਹੜੀ ਆਥਰ ਦੀ ਮਦਰ ਸੀਗੇ, ਕਹਿੰਦੇ ਉਹ ਇੱਕ ਅੱਛੇ ਅਤੇ ਦਿਆਲੂ ਔਰਤ ਵੂਮਨ ਸੀਗੇ। ਕਹਿੰਦੇ ਇਸ ਬਾਰੇ ਕਿਹੜੀਆਂ ਉਦਾਹਰਨਾਂ ਜਾਂ ਕਿਸ ਤਰੀਕੇ ਨਾਲ ਉਹਨਾਂ ਨੇ ਐਕਸਪਲੇਨ ਕੀਤਾ ਇਸ ਸਟੋਰੀ ਦੇ ਵਿੱਚ। ਦੀ ਆਥਰਸ ਗ੍ਰੈਂਡ ਮਦਰ ਹੈਡ ਟੂ ਦੀ ਟਰੂਲੀ ਹਾਰਟ ਲੇਡੀ ਹਰ ਲਵ of to the author is no proof of her kindness। ਕਹਿੰਦੇ ਜਿਹੜਾ ਆਥਰਸ ਦੀ ਗ੍ਰੈਂਡ ਮਦਰ ਆ ਉਹ ਸੱਚੇ ਦਿਲ ਦੀ ਇੱਕ ਸਾਫ਼ ਦਿਆਲੂ ਔਰਤ ਸੀਗੀ। ਉਹਨਾਂ ਦਾ ਜਿਹੜਾ ਪਿਆਰ ਸੀਗਾ ਜਿਹੜਾ ਆਥਰ ਲਈ ਉਹ ਇਹ ਨਹੀਂ ਪ੍ਰੂਫ ਕਰਦਾ ਸੀ ਵੀ ਉਹ ਦਿਆਲੂ ਸੀਗੇ। ਹਰ ਗ੍ਰੈਂਡ ਮਦਰ ਲਵਸ ਹਰ ਗ੍ਰੈਂਡ ਚਿਲਡਰਨ। ਉਹ ਜਿਹੜੀ ਉਹਨਾਂ ਦੀ ਦਾਦੀ ਸੀਗੇ ਉਹ ਹਮੇਸ਼ਾ ਜਿਵੇਂ ਆਪਣੇ ਜਿਹੜੇ ਗ੍ਰੈਂਡ ਚਿਲਡਰਨਸ ਹੁੰਦੇ ਆ ਉਹਨਾਂ ਨੂੰ ਪਿਆਰ ਕਰਦੇ ਆ। ਦੀ ਰੀਅਲ ਪ੍ਰੂਫ ਆਫ ਦੈਟ ਦੀ ਓਲਡ ਲੇਡੀਜ਼ ਕਾਈਂਡਨੈਸ ਲਾਈਜ਼ ਇਨ ਹਰ ਲਵ ਫॉर ਦੀ ਐਨੀਮਲਸ ਐਂਡ ਬਰਡਸ। ਕਹਿੰਦੇ ਵੀ ਹਮੇਸ਼ਾ ਜਿਵੇਂ ਪੁਰਾਣੇ ਲੋਕ ਹੁੰਦੇ ਆ ਜਾਂ ਪੁਰਾਣੀ ਲੇਡੀਆਂ ਹੁੰਦੀਆਂ ਨੇ, ਉਹਨਾਂ ਦੀ ਜਿਹੜੀ ਦਿਆਲਤਾ ਹੁੰਦੀ ਆ ਉਹ ਹਮੇਸ਼ਾ ਕੀ ਹੁੰਦੀ ਆ, ਜਾਨਵਰਾਂ ਅਤੇ ਪੰਛੀਆਂ ਨਾਲ ਪਿਆਰ ਕਰਨ ਦੀ ਹੁੰਦੀ ਆ। ਐਜ਼ ਲੌਂਗ ਸ਼ੀ ਵਾਜ਼ ਲੀਵਡ ਇਨ ਦੀ ਵਿਲੇਜ ਸ਼ੀ ਯੂਜ਼ ਟੂ ਦੀ ਫੀਡ ਦੀ ਡੌਗਸ with the slat chapatis, and when she came to the live in the cities she took to the feeding the sparrows। ਕਹਿੰਦੇ ਵੀ ਜਿਵੇਂ ਸਾਰੀਆਂ ਬੁੜੀਆਂ ਔਰਤਾਂ ਹੁੰਦੀਆਂ ਨੇ ਪਿੰਡ ਦੀਆਂ, ਜਿਵੇਂ ਉਹ ਕੀ ਆ ਉਹ ਵੀ ਯੂਜ਼ ਕਰਦੇ ਹੁੰਦੇ ਸੀ ਜਿਹੜੀਆਂ ਬਚੀਆਂ ਹੋਈਆਂ ਬਾਸੀ ਚਪਾਤੀਆਂ ਹੁੰਦੀਆਂ ਸੀ ਉਹ ਖਵਾਉਣ ਦੇ ਲਈ ਕੁੱਤਿਆਂ ਨੂੰ। ਅਤੇ ਫਿਰ ਉਹ ਕੀ ਸੀਗਾ, ਉਹ ਜਦੋਂ ਸਿਟੀ ਦੇ ਵਿੱਚ ਆ ਗਏ ਤਾਂ ਹੁਣ ਉਹ ਖਾਣਾ ਕਿਹਨਾਂ ਨੂੰ ਖਵਾਉਣ ਲੱਗ ਗਏ, ਪੰਛੀਆਂ ਨੂੰ ਖਵਾਉਣ ਲੱਗ ਗਏ। ਸ਼ੀ ਟੁੱਕ ਦੀ ਗ੍ਰੇਟ ਡਿਲਾਈਟ ਔਨ ਇਟ। ਕਹਿੰਦੇ ਉਹਨਾਂ ਨੂੰ ਇਸ ਚੀਜ਼ ਨੂੰ ਕਰਨਾ ਬਹੁਤ ਵਧੀਆ ਲੱਗਦਾ ਸੀ। ਦੀ ਸਪੈਰੋ ਵੁੱਡ ਬੀ ਪ੍ਰੀਚ ਔਨ ਹਰ ਲੈਗਸ। ਕਹਿੰਦੇ ਵੀ ਜਿਹੜੇ ਸਪੈਰੋ ਸੀਗੇ ਉਹਨਾਂ ਦੀਆਂ ਲੱਤਾਂ ਦੇ ਵਿੱਚ ਖੇਡਦੇ, ਸ਼ੋਲਡਰਸ 'ਤੇ ਆ ਜਾਂਦੇ, ਮੋਢਿਆਂ 'ਤੇ, ਈਵਨ ਔਨ ਹਰ ਹੈਡ, ਅਤੇ ਉਹ ਆਪਣੇ ਉਹਨਾਂ ਦੇ ਸਿਰ ਦੇ ਉੱਤੇ ਵੀ ਆ ਜਾਂਦੇ। ਬਟ ਦੀ ਓਲਡ ਵੂਮੈਨ ਨੈਵਰ ਟੂ ਬੀ ਸ਼ਾਊਟਡ ਅਬਾਊਟ ਦੈਮ ਅਵੇ। ਕਹਿੰਦੇ ਉਹਨਾਂ ਨੇ ਕਦੇ ਵੀ ਨਹੀਂ ਇਹ ਚਾਹਿਆ ਵੀ ਉਹਨਾਂ ਤੋਂ ਦੂਰ ਭਜਾ ਦਿੱਤਾ ਜਾਵੇ। ਦੀ ਲਿਟਲ ਸਪੈਰੋ ਵਾਜ਼ ਫੁੱਲ ਆਫ ਟੂ ਦੀ ਗਲੀਫਸ ਵੈਨ ਦੀ ਫੋਸਟਸ ਗ੍ਰੈਂਡ ਮਦਰਸ ਪਾਸਟ ਅਵੇ। ਕਹਿੰਦੇ ਵੀ ਜਿਹੜੀਆਂ ਛੋਟੀਆਂ ਚਿੜੀਆਂ ਸੀਗੀਆਂ ਉਹਨਾਂ ਨੂੰ ਕਾਫੀ ਦੁੱਖ ਲੱਗਿਆ ਜਦੋਂ ਦਾਦੀ ਮਾਂ ਕੀ ਨੇ ਗੁਜ਼ਰ ਗਏ। all this show that the author's grandmother was really a kind hearted lady। ਕਹਿੰਦੇ ਇਹ ਸਾਰੀਆਂ ਚੀਜ਼ਾਂ ਇਹ ਸ਼ੋਅ ਕਰਦੀਆਂ ਸੀ ਵੀ ਉਹ ਕਿੰਨੇ ਦਿਆਲੂ ਦਿਲ ਦੀ ਔਰਤ ਸੀ। ਨੈਕਸਟ ਹੈਗਾ 5th ਕੁਐਸਚਨ ਵਟ ਵਾਜ਼ ਦੀ ਗ੍ਰੈਂਡ ਮਦਰਸ ਡੇਲੀ ਰੂਟੀਨ ਇਨ ਦੀ ਸਿਟੀ। ਕਹਿੰਦੇ ਸਿਟੀ ਦੇ ਵਿੱਚ ਜਿਹੜੀ ਗ੍ਰੈਂਡ ਮਦਰ ਸੀਗੇ ਜਦੋਂ ਉੱਥੇ ਰਹਿਣ ਲੱਗੇ ਤਾਂ ਉਹਨਾਂ ਦੀ ਕੀ ਰੂਟੀਨ ਸੀਗੀ ਸ਼ਹਿਰ ਦੇ ਵਿੱਚ। ਫਰੋਮ ਟੂ ਦੀ ਸਨ ਰਾਈਜ਼ ਟੂ ਸੈਟ ਗ੍ਰੈਂਡ ਮਦਰ ਵੁੱਡ ਬੀ ਸਿਟ ਬਾਏ ਹਰ ਟੂ ਦੀ ਸਪਿਨਿੰਗ ਵੀਲਸ ਐਂਡ ਸਪਿਨਿੰਗ ਐਂਡ ਰਿਕੈਟਰਿੰਗ ਹਰ ਪ੍ਰੇਅਰ। ਕਹਿੰਦੇ ਵੀ ਜਿਹੜੇ ਗ੍ਰੈਂਡ ਮਦਰ ਸੀਗੇ ਉਹ ਕੀ ਸੀਗਾ, ਉਹ ਆਪਣੇ ਜਿਹੜਾ ਚਰਖਾ ਕੱਤਣ ਵਾਲੀ ਵੀਲ ਸੀਗੀ ਉਹਦੇ ਕੋਲ ਜਾ ਕੇ ਬਹਿ ਜਾਂਦੇ ਸੀ ਅਤੇ ਉੱਥੇ ਕੀ ਆ ਹਮੇਸ਼ਾ ਦੀ ਤਰ੍ਹਾਂ ਪ੍ਰੇਅਰ ਕਰਦੇ ਰਹਿੰਦੇ ਸੀ। ਓਨਲੀ ਇਨ ਦੀ ਆਫਟਰਨੂਨ ਸ਼ੀ ਵੁੱਡ ਬੀ ਰਿਲੈਕਸ ਆਫ ਅ ਲਿਟਲ ਵੈਨ ਸ਼ੀ ਵਾਜ਼ ਫੀਡ ਦੀ ਸਪੈਰੋ with the little bites of the breads she took to the great delights in the feeding them। ਕਹਿੰਦੇ ਵੀ ਜਿਹੜੇ ਗ੍ਰੈਂਡ ਮਦਰ ਸੀਗੇ ਉਹ ਸਿਰਫ ਦੁਪਹਿਰ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਰਿਲੈਕਸ ਕਰਦੇ ਸੀ, ਜਦੋਂ ਕੀ ਸੀਗਾ ਉਹ ਖਾਣ ਦੇ ਲਈ ਥੋੜ੍ਹੀਆਂ ਚਿੜੀਆਂ ਨੂੰ ਛੋਟੇ ਜਿਹੜੇ ਰੋਟੀ ਦੇ ਟੁਕੜੇ ਸੀ ਉਹ ਪਾ ਕੇ ਆਉਂਦੇ ਸੀ, ਅਤੇ ਇਹ ਚੀਜ਼ਾਂ ਉਹਨਾਂ ਨੂੰ ਕਰਨੀਆਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਸੀ, ਉਹਨਾਂ ਨੂੰ ਖਾਣਾ ਖਵਾਉਣਾ। ਸ਼ੀ ਵੁੱਡ ਬੀ ਫੀਡ ਦੈਮ ਵੈਰੀ ਲਵਲਿੰਗ। ਕਹਿੰਦੇ ਉਹ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਖਵਾਉਂਦੇ ਹੁੰਦੇ ਸੀ। ਦੀ ਹੰਡਰਡਸ ਆਫ ਸਪੈਰੋਸ ਕਲੈਕਟਡ ਅਰਾਊਂਡ ਹਰ ਸਮ ਆਫ ਸੈਟ ਔਨ ਟੂ ਦੀ ਹਰ ਲੈਗਸ ਸ਼ੋਲਡਰ ਐਂਡ ਹੈਡਸ। ਕਹਿੰਦੇ ਜਿਹੜੀਆਂ ਹਜ਼ਾਰਾਂ ਜਿਹੜੀਆਂ ਚਿੜੀਆਂ ਸੀਗੀਆਂ ਉੱਥੇ ਇਕੱਠੀਆਂ ਹੋ ਜਾਂਦੀਆਂ ਸੀ, ਅਤੇ ਕੁਛ ਕੁ ਉਹਨਾਂ ਦੇ ਲੈਗਸ ਦੇ ਉੱਤੇ ਬਹਿ ਜਾਂਦੇ ਸੀ, ਕੁਛ ਉਹਨਾਂ ਦੇ ਮੋਢਿਆਂ 'ਤੇ, ਅਤੇ ਕੁਛ ਤਾਂ ਉਹਨਾਂ ਦੇ ਸਿਰ ਦੇ ਉੱਤੇ ਵੀ ਬਹਿ ਜਾਂਦੇ ਸੀ। ਸ਼ੀ ਵੁੱਡ ਜਸਟ ਕੀਪ ਸਮਾਈਲਿੰਗ। ਕਹਿੰਦੇ ਉਹ ਹਮੇਸ਼ਾ ਹੱਸਦੇ ਰਹਿੰਦੇ। ਸ਼ੀ ਨੈਵਰ ਟੂ ਬੀ ਸ਼ਨੋਜ਼ਡ
them away ਕਹਿੰਦੇ ਉਹਨਾਂ ਨੇ ਕਦੇ ਵੀ ਉਹਨਾਂ ਨੂੰ ਭਜਾਇਆ ਨਹੀਂ। The sparrows also be a seems to be a feel quite at to their school at home in her company. It used to be the happiest of half hour ਆਫ ਦੀ ਡੇ ਆਫ ਗ੍ਰੈਂਡ ਮਦਰ। ਕਹਿੰਦੇ ਵੀ ਉਹ ਸਪੈਰੋ ਜਿਹੜੀਆਂ ਸੀਗੀਆਂ ਉਹ ਵੀ ਬੜੇ ਸ਼ਾਂਤੀ ਨਾਲ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਕੰਪਨੀ ਦਿੰਦੀਆਂ ਸੀਗੀਆਂ। ਕਹਿੰਦੇ ਇਹੀ ਅੱਧਾ ਘੰਟਾ ਸੀ ਜਿਹੜਾ ਉਹ ਦਾਦੀ ਮਾਂ ਬਹੁਤ ਜ਼ਿਆਦਾ ਖੁਸ਼ ਰਹਿੰਦੇ ਸੀਗੇ। ਨੈਕਸਟ ਹੈਗਾ 6th ਕੁਐਸਚਨ, ਗਿਵ ਦੀ ਆ ਬਲੀਫ ਪੈਨ ਪੋਰਟਰੇਟ ਆਫ ਦੀ ਆ ਵੂਮੈਨ। ਕਹਿੰਦੇ ਉਹਨਾਂ ਦੀ ਦਾਦੀ ਮਾਂ ਦੇ ਬਾਰੇ ਕੁਛ ਦੱਸਿਆ ਜਾਵੇ ਜਾਂ ਉਹਨਾਂ ਬਰੀਫ ਉਹਨਾਂ ਦੇ ਬਾਰੇ ਦਾਦੀ ਬਾਰੇ ਦੱਸਿਆ ਜਾਵੇ। ਦੀ ਆਥਰਸ ਗ੍ਰੈਂਡ ਮਦਰ ਵਾਜ਼ ਵੈਰੀ ਓਲਡ, ਹਰ ਫੇਸ ਵਾਜ਼ ਕ੍ਰਿਸ ਕ੍ਰੋਸ ਆਫ ਦੀ ਰਿੰਕਲਸ, ਸ਼ੀ ਵਾਜ਼ ਫੈਟ ਐਂਡ ਹੈਡ ਏ ਲਿਟਲ ਸਟੋਪ। ਕਹਿੰਦੇ ਵੀ ਜਿਹੜੀ ਗ੍ਰੈਂਡ ਮਦਰ ਸੀਗੇ ਉਹ ਕੀ ਸੀਗੇ, ਕਾਫੀ ਬੁੜੇ ਸੀਗੇ ਅਤੇ ਉਹਨਾਂ ਦੇ ਪੂਰੇ ਫੇਸ ਦੇ ਉੱਤੇ ਝੁਰੜੀਆਂ ਪਈਆਂ ਹੋਈਆਂ ਸੀਗੀਆਂ ਅਤੇ ਉਹ ਥੋੜ੍ਹੇ ਜਿਹੇ ਮੋਟੇ ਅਤੇ ਥੋੜ੍ਹੇ ਜਿਹੇ ਗੁੱਬੇ ਸੀ। she was so old that she could not have to be a looked older। ਕਹਿੰਦੇ ਉਹ ਬਹੁਤ ਜ਼ਿਆਦਾ ਬੁੱਢੇ ਸੀ ਪਰ ਉਹ ਦੇਖਣ ਦੇ ਵਿੱਚ ਇੰਨੇ ਜ਼ਿਆਦਾ ਬੁੱਢੇ ਨਹੀਂ ਲੱਗਦੇ ਸੀਗੇ ਜਾਂ ਉਹ ਹੋਰ ਜ਼ਿਆਦਾ ਬੁੱਢੇ ਨਹੀਂ ਹੁੰਦੇ ਸੀ। the author had to believe with her for 20 hours। ਕਹਿੰਦੇ ਵੀ ਜਿਹੜਾ author ਸੀਗਾ ਉਹ ਉਹਨਾਂ ਦੇ ਨਾਲ 20 ਸਾਲ ਤੱਕ ਰਿਹਾ। she had always looked the same। ਕਹਿੰਦੇ ਉਹ ਹਮੇਸ਼ਾ 20 ਸਾਲ ਦੇ ਵਿੱਚ ਇੱਕੋ ਤਰ੍ਹਾਂ ਦੇ ਲੱਗਦੇ ਰਹੇ। she was difficult to imagine that she would never been young and pretty। ਕਹਿੰਦੇ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਸੀ ਵੀ ਉਹ ਜਦੋਂ ਜਵਾਨ ਹੋਣਗੇ ਤਾਂ ਸੁੰਦਰ ਹੋਣਗੇ। but in the spirit of being so old she looked very attractive। she was to the dignified in her looks and habits। ਕਹਿੰਦੇ ਵੀ ਪਰ ਫਿਰ ਵੀ ਜਿਹੜੇ ਗ੍ਰੈਂਡ ਮਦਰ ਸੀਗੇ ਉਹ ਬੁੱਢੇ ਵੀ ਮੈਨੂੰ ਬਹੁਤ ਜ਼ਿਆਦਾ ਆਕਰਸ਼ਿਤ ਲੱਗਦੇ ਸੀਗੇ। ਉਹ ਕੀ ਸੀਗੇ, ਉਹਨਾਂ ਦੀ ਜਿਹੜੀ ਲੁੱਕ ਅਤੇ ਉਹਨਾਂ ਦੀ ਹੈਬਿਟ ਸੀਗੀ ਉਹ ਬਹੁਤ ਵਧੀਆ ਸੀਗੀ। she was deeply religious। ਕਹਿੰਦੇ ਉਹ ਬੜੇ ਧਾਰਮਿਕ ਵਿਚਾਰਾਂ ਵਾਲੇ ਸੀ। she spent most of her time through their saying their prayer and telling their beads। ਕਹਿੰਦੇ ਵੀ ਉਹ ਜ਼ਿਆਦਾਤਰ ਆਪਣਾ ਸਮਾਂ ਕੀ ਸੀਗਾ ਭਜਨ ਗਾਉਣ ਦੇ ਵਿੱਚ ਅਤੇ ਦੂਜਾ ਕੀ ਸੀ ਵਾਲਾਂ ਨੂੰ ਫੇਰਨ ਦੇ ਵਿੱਚ ਬਿਤਾਉਂਦੇ ਸੀਗੇ। she was fond of to the reading of scripture also। she had a very kind hearted। she took the great delights in the feeding of the dogs and little birds। ਕਹਿੰਦੇ ਗ੍ਰੈਂਡ ਮਦਰ ਕੀ ਸੀਗੇ, ਉਹਨਾਂ ਨੂੰ ਜਿਹੜੇ ਧਾਰਮਿਕ ਗ੍ਰੰਥ ਅਤੇ ਪੁਸਤਕਾਂ ਪੜ੍ਹਨੀਆਂ ਬਹੁਤ ਪਸੰਦ ਸੀਗੀਆਂ ਅਤੇ ਉਹ ਇੱਕ ਦਿਆਲੂ ਦਿਲ ਦੀ ਔਰਤ ਸੀਗੇ ਅਤੇ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਵਧੀਆ ਲੱਗਦਾ ਸੀ ਜਦੋਂ ਉਹ ਕੁੱਤਿਆਂ ਨੂੰ ਖਾਣਾ ਦਿੰਦੇ ਸੀ ਜਾਂ ਛੋਟੀਆਂ ਚਿੜੀਆਂ ਨੂੰ ਦਿੰਦੇ ਸੀ। she dressed into the spotless white। ਕਹਿੰਦੇ ਉਹ ਉਹਨਾਂ ਦੇ ਜਿਹੜੇ ਕੱਪੜੇ ਹੁੰਦੇ ਸੀ ਪੂਰੇ ਚਿੱਟੇ ਰੰਗ ਦੇ ਹੁੰਦੇ ਸੀਗੇ। in her the soul also was be a spotless। ਤਾਂ ਜਿਹੜੀ ਉਹਨਾਂ ਦੀ ਪੂਰੀ ਜਿਹੜੀ ਉਹਨਾਂ ਦੀ ਆਤਮਾ ਸੀ ਉਹ ਵੀ ਕੀ ਸੀਗੀ ਸਾਫ਼ ਸੁਥਰੀ ਸੀ। her inner purity lent her to the spiritual peace। ਕਹਿੰਦੇ ਵੀ ਉਹਨਾਂ ਜਿਹੜੇ ਅੰਦਰਲੀ ਸ਼ੁੱਧਤਾ ਸੀਗੀ ਉਹਨਾਂ ਦੀ ਧਾਰਮਿਕਤਾ ਦੀ ਜਿਹੜੀ ਸ਼ਾਂਤੀ ਸੀ ਉਹ ਤੋਂ ਦਿਖਦੀ ਸੀ। like her a pure soul the grandmother knew when her end was near। she was refused to talk to the anyone। she kept saying prayer and telling to the breed till her end। ਕਹਿੰਦੇ ਵੀ ਗ੍ਰੈਂਡ ਮਦਰ ਜਿਵੇਂ ਇੱਕ ਸੱਚੀ ਆਤਮਾ ਹੁੰਦੀ ਆ, ਉਹਨਾਂ ਨੂੰ ਪਤਾ ਹੁੰਦਾ ਵੀ ਮੇਰਾ ਅੰਤ ਨੇੜੇ ਆ, ਤਾਂ ਉਸੇ ਤਰੀਕੇ ਨਾਲ ਦਾਦੀ ਮਾਂ ਨੂੰ ਵੀ ਪਤਾ ਸੀ ਉਹਨਾਂ ਦਾ ਅੰਤ ਨੇੜੇ ਆ, ਤਾਂ ਉਹਨਾਂ ਨੇ ਕਿਸੇ ਨਾਲ ਵੀ ਗੱਲ ਕਰਨਾ ਪਸੰਦ ਨਹੀਂ ਕੀਤਾ ਅਤੇ ਅਖੀਰ ਤੱਕ ਉਹ ਪ੍ਰੇਅਰ ਕਰਦੇ ਰਹੇ ਅਤੇ ਮਾਲਾ ਫੇਰਦੇ ਰਹੇ ਆਪਣੇ ਅੰਤ ਸਮੇਂ ਤੱਕ। ਲਾਸਟ ਕੁਐਸਚਨ ਆਫ ਦਿਸ ਸੈਸ਼ਨ ਇਜ਼ what is the belief note of to the grandmother relationship with the sparrow। ਸਪੈਰੋਜ਼ ਦੇ ਨਾਲ ਗ੍ਰੈਂਡ ਮਦਰ ਪੰਛੀਆਂ ਦੇ ਨਾਲ ਚਿੜੀਆਂ ਦੇ ਨਾਲ ਜਿਹੜੀ ਦਾਦੀ ਮਾਂ ਦੀ ਜਿਹੜਾ ਇੱਕ ਰਿਸ਼ਤਾ ਬਣਿਆ ਹੋਇਆ ਸੀ ਉਹਦੇ ਬਾਰੇ ਇੱਕ ਬਲੀਫ ਨੋਟ ਦੇਣਾ। in the city grandmother used to the feed to the sparrows daily with the ਬਲੱਡ ਕ੍ਰੰਪਸ। ਕਹਿੰਦੇ ਵੀ ਉਹ ਰੋਟੀ ਦੇ ਟੁਕੜਿਆਂ ਦੇ ਨਾਲ ਉਹਨਾਂ ਨੂੰ ਕੀ ਆ ਦਾਦੀ ਜੀ ਸਪੈਰੋ ਨੂੰ ਖਾਣਾ ਦਿੰਦੇ ਸੀ। she took the great delight in it। ਕਹਿੰਦੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਸੀ ਜਦੋਂ ਉਹਨਾਂ ਨੂੰ ਖਾਣਾ ਦਿੰਦੇ ਸੀ। she would be feed the sparrow very lovely। ਕਹਿੰਦੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਉਹ ਖਾਣਾ ਖਵਾਉਂਦੇ ਰਹਿੰਦੇ ਸੀ। hundreds of the sparrow collected around her। the sparrow would be came and sit on her legs। ਕਹਿੰਦੇ ਵੀ ਜਿਹੜੇ ਗ੍ਰੈਂਡ ਮਦਰ ਤੇ ਉਹਨਾਂ ਨੂੰ ਖਵਾਉਂਦੇ ਰਹਿੰਦੇ ਸੀ ਤਾਂ ਹਜ਼ਾਰਾਂ ਚਿੜੀਆਂ ਉੱਥੇ ਇਕੱਠੀਆਂ ਹੋ ਜਾਂਦੇ ਸੀ। ਕੁਛ ਕੁ ਉਹਨਾਂ ਦੇ ਲੈਗਸ ਦੇ ਉੱਤੇ ਬਹਿ ਜਾਂਦੇ ਸੀ, ਕੁਛ ਉਹਨਾਂ ਦੇ ਮੋਢਿਆਂ ਦੇ ਉੱਤੇ ਐਂਡ ਹੈਡ ਆਲਸੋ ਉਹਨਾਂ ਦੇ ਕੁਛ ਸਿਰ ਦੇ ਉੱਤੇ। ਬਟ ਦੀ ਓਲਡ ਵੂਮੈਨ ਨੈਵਰ ਸ਼ੂਜ਼ਡ ਦੈਮ ਅਵੇ। ਕਹਿੰਦੇ ਉਹਨਾਂ ਨੇ ਕਦੇ ਵੀ ਉਹਨਾਂ ਨੂੰ ਭਜਾਇਆ ਨਹੀਂ। ਦੀ ਲਿਟਲ ਵਰਡਸ ਟੂ ਲਵਡ ਹਰ। ਕਹਿੰਦੇ ਵੀ ਜਿਹੜੇ ਛੋਟੇ ਪੰਛੀ ਸੀਗੇ ਉਹ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਦੇ ਸ਼ੀਮਸ ਟੂ ਦੀ ਕੰਪਨੀ ਵੈਨ ਦੀ ਗ੍ਰੈਂਡ ਮਦਰ ਡਾਈਡ। ਦੀ ਸਪੈਰੋ ਵਾਜ਼ ਫੁੱਲ ਆਫ ਟੂ ਦੀ ਗਲੀਫਸ। ਕਹਿੰਦੇ ਵੀ ਜਿਹੜੇ ਉਹਨਾਂ ਨੂੰ ਉਹਨਾਂ ਦੀ ਕੰਪਨੀ ਬਹੁਤ ਵਧੀਆ ਲੱਗਦੀ ਸੀ। ਜਦੋਂ ਗ੍ਰੈਂਡ ਮਦਰ ਦੀ ਡੈਥ ਹੋ ਗਈ ਤਾਂ ਜਿਹੜੇ ਸਾਰੇ ਪੰਛੀ ਸੀ ਉਹ ਕਾਫੀ ਦੁਖੀ ਹੋਏ। ਥਾਊਜ਼ੈਂਡ ਆਫ ਸਪੈਰੋਜ਼ ਕੇਮ ਟੂ ਦੀ ਪਲੇਸ ਵੇਅਰ ਦੀ
ਗ੍ਰੈਂਡ ਮਦਰ ਲੇ ਡੈਡ, ਕਹਿੰਦੇ ਵੀ ਬਹੁਤ ਹਜ਼ਾਰਾਂ ਜਿਹੜੀਆਂ ਚਿੜੀਆਂ ਸੀਗੀਆਂ ਉਹ ਪਲੇਸ ਦੇ ਉੱਤੇ ਆਈਆਂ ਜਿੱਥੇ ਦਾਦੀ ਜੀ ਮਰਨ ਤੋਂ ਬਾਅਦ ਲੰਬੇ ਪਾਏ ਹੋਏ ਸੀਗੇ। ਦੇ ਵਰ ਆਲ ਇੰਜੋਏ ਹਰ ਵੈਰੀ ਕੁਆਇਟ, ਕਹਿੰਦੇ ਉਹਨਾਂ ਨੇ ਬੜੇ ਸ਼ਾਂਤੀ ਢੰਗ ਦੇ ਨਾਲ ਇਹ ਸਾਰਾ ਕੁਛ ਇੰਜੋਏ ਕੀਤਾ। ਸ਼ੀ ਵਾਜ਼ ਨਾਟ ਚਿਪਿੰਗਸ ਐਟ ਆਲ, ਕਹਿੰਦੇ ਉਹਨਾਂ ਨੇ ਜਮਾ ਹੀ ਫੜਫੜਾਇਆ ਜਾਂ ਜਮਾ ਹੀ ਆਵਾਜ਼ ਨਹੀਂ ਕੀਤੀ। ਦੀਆਂ ਗ੍ਰੈਂਡ ਮਦਰਸ ਦੀਆਂ author's mothers threw some scripts to them, but they did not to be touch them. Even Dia flew away quietly when the grandmother's dead body was carried from to the ਸਿਮੈਟ੍ਰੇਸ਼ਨ ਕਹਿੰਦੇ ਵੀ ਜਿਹੜੇ ਗ੍ਰੈਂਡ ਮਦਰ ਸੀਗੇ ਉਹ ਜਿਹੜੇ ਮੇਰੇ ਮੰਮਾ ਸੀਗੇ ਉਹਨਾਂ ਨੇ ਥੋੜ੍ਹੀ ਟੁਕੜੇ ਜਿਹੜੇ ਰੋਟੀ ਦੇ ਸੀਗੇ ਉਹਨਾਂ ਨੂੰ ਦਿੱਤੇ, ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਉਹਨੂੰ ਟੱਚ ਨਾ ਕੀਤਾ। ਅਤੇ ਸਾਰੇ ਜਿਹੜੇ ਪੰਛੀ ਸੀਗੇ ਉਹ ਜਦੋਂ ਦਾਦੀ ਮਾਂ ਦੀ ਅਰਥੀ ਨੂੰ ਲੈ ਕੇ ਜਾਣ ਲੱਗੇ ਤਾਂ ਉਹ ਸਾਰੇ ਜਣੇ ਬੜੇ ਸ਼ਾਂਤਮਈ ਢੰਗ ਦੇ ਨਾਲ ਉੱਥੋਂ ਚਲੇ ਗਏ। ਤਾਂ ਇਹ ਸਟੋਰੀ ਸੀਗੀ ਦੀ ਪੋਰਟਰੇਟ ਆਫ ਆ ਲੇਡੀ, ਜਿਹੜੀ ਕਿ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਗਈ ਅਤੇ ਉਹਨਾਂ ਨੇ ਆਪਣੇ ਗ੍ਰੈਂਡ ਮਦਰ ਦੀ ਪੂਰੀ ਸਟੋਰੀ ਇਹਦੇ ਵਿੱਚ ਦੱਸੀ। ਆਈ ਹੋਪ ਤੁਹਾਨੂੰ ਇਹ ਸਟੋਰੀ ਪਸੰਦ ਆਈ ਹੋਊਗੀ, ਤੁਹਾਨੂੰ ਵੀ ਇਹਦੇ ਵਿੱਚੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅਤੇ ਮੈਂ ਬਸ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਵਾਂ ਵੀ ਜੇਕਰ ਤੁਹਾਡੇ ਵੀ ਗ੍ਰੈਂਡ ਪੇਰੈਂਟਸ ਹੈਗੇ ਆ ਤਾਂ ਤੁਸੀਂ ਪਲੀਜ਼ ਉਹਨਾਂ ਨਾਲ ਟਾਈਮ ਸਪੈਂਡ ਕਰਿਆ ਕਰੋ ਅਤੇ ਉਹਨਾਂ ਨਾਲ ਜਿਹੜੀਆਂ ਲਾਈਫ ਦੀਆਂ ਹੋਰ ਵੀ ਚੀਜ਼ਾਂ ਨੇ ਉਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ। ਇਸ ਦੇ ਨਾਲ ਮੈਂ ਆਪਣਾ ਸੈਸ਼ਨ ਐਂਡ ਕਰਦਾ ਵਾਂ। ਜੇਕਰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।